हाँ जी, सत श्री अकाल प्यारे विद्यार्थियों। प्यारे बच्चों, अज असी जमात पंजवीं का पाठ नंबर 8 जिसका नाम है योग्यता पढ़ांगे। सो बेटा, जिमें से इस चैप्टर का नाम योग्यता है, जिमें असी योग्यता दे विच ये भी सोचते हैं कि क्वालीफिकेशन, जिमें असी कहने हैं कि इस भर्ती लिए ये योग्यता। सो बेटा, ये जी कहानी आ ਇਹਦੇ ਵਿੱਚ ਯੋਗਤਾ ਇਹ ਦੱਸੀ ਗਈ ਆ ਕਿ ਹਰੇਕ ਬੰਦੇ ਦੇ ਵਿੱਚ ਕੁਦਰਤ ਨੇ ਅਲੱਗ-ਅਲੱਗ ਗੁਣ ਭਰੇ ਨੇ। ਹਰੇਕ ਬੰਦੇ ਦੇ ਵਿੱਚ ਅਲੱਗ-ਅਲੱਗ ਗੁਣ ਹੁੰਦੇ ਨੇ। ਸੋ ਬੇਟਾ, ਜੇ ਅਸੀਂ ਗੱਲ ਕਰੀਏ ਇਸ ਚੈਪਟਰ ਦੀ ਕਹਾਣੀ ਦੀ, ਸੋ ਇੱਕ ਵਾਰ ਦੀ ਗੱਲ ਆ ਬੇਟਾ, ਇੱਕ ਰਾਜਾ ਹੁੰਦਾ ਅਤੇ ਉਹਨਾਂ ਉੱਚੇ ਲੰਮੇ ਤਾਕੜੇ ਮੋਟੇ ਨਾਟੇ ਸਿਪਾਹੀਆਂ ਨੂੰ ਹੀ ਤਵੱਜੋ ਦਿੰਦਾ, ਉਹਨਾਂ ਨੂੰ ਹੀ ਉਹ ਤਾਕੜੇ ਜਾਂ ਇਹ ਕਹਿ ਲਓ ਕਿ ਆਪਦੇ ਅੰਗ ਰੱਖਕ ਜਾਂ ਆਪਣੀ ਸੈਨਾ ਦੇ ਵਿੱਚ ਭਰਤੀ ਕਰਦਾ ਕਿ ਉਹ ਮੋਟੇ ਉੱਚੇ ਲੰਮੇ ਅਤੇ ਤਾਕੜੇ ਹੋਣ। ਸੋ ਜਿਹੜੇ ਸਿਪਾਹੀ ਉਹਨਾਂ ਦਿਨਾਂ ਦੇ ਵਿੱਚ ਪਤਲੇ ਹੁੰਦੇ ਸੀ ਜਾਂ ਕਮਜ਼ੋਰ ਹੁੰਦੇ ਸੀ, ਰਾਜਾ ਉਹਨਾਂ ਨੂੰ ਆਪਣੀ ਸੈਨਾ ਵਿੱਚ ਭਰਤੀ ਨਹੀਂ ਸੀ ਕਰਦਾ ਅਤੇ ਉਹਨਾਂ ਤੋਂ ਨਫ਼ਰਤ ਕਰਦਾ ਸੀ। ਸੋ ਤਾਕੜੇ ਜੁੱਸੇ ਵਾਲੇ ਸਰੀਰ ਵਾਲੇ ਉੱਚੇ ਲੰਮੇ ਸਿਪਾਹੀਆਂ ਨੂੰ ਹੀ ਉਹ ਜਿਹੜਾ ਰਾਜਾ ਆਪਣੀ ਸੈਨਾ ਵਿੱਚ ਭਰਤੀ ਕਰਦਾ ਸੀ ਅਤੇ ਇਸ ਤਰ੍ਹਾਂ ਰਾਜਾ ਤਾਕਤ ਨੂੰ ਹੀ ਸਭ ਤੋਂ ਵੱਡਾ ਜਿਹੜਾ ਆਪਣਾ ਹਥਿਆਰ ਮੰਨਦਾ ਸੀ। ਅਤੇ ਰਾਜਾ ਬੜਾ ਹੰਕਾਰੀ ਟਾਈਪ ਦਾ ਸੀ। ਹੰਕਾਰੀ ਤੋਂ ਭਾਵ ਗੁਮਾਨ ਹੋਣਾ, ਘਮੰਡ ਹੋਣਾ। ਸੋ ਬੇਟਾ, ਇੱਕ ਦਿਨ ਰਾਜਾ ਆਪਣੀ ਸੈਨਾ ਦੇ ਨਾਲ ਐਵੇਂ ਹੀ, ਜਿਵੇਂ ਅਸੀਂ ਕਹਿੰਦੇ ਕਿ ਜੰਗਲ ਦੇ ਵਿੱਚ ਗਿਆ, ਸ਼ਿਕਾਰ ਖੇਡਦਾ ਖੇਡਦਾ ਕਾਫੀ ਦੂਰ ਚਲਾ ਗਿਆ। ਅਤੇ ਜਦੋਂ ਰਾਜੇ ਨੂੰ ਥਕਾਵਟ ਹੋਈ ਤਾਂ ਰਾਜੇ ਨੇ ਸੋਚਿਆ ਕਿ ਕਿਉਂ ਨਾ ਕਿਸੇ ਪਹਾੜੀ ਦੇ ਉੱਪਰ ਵਿਸ਼ਰਾਮ ਕੀਤਾ ਜਾਵੇ। ਸੋ ਜਿਹੜੇ ਰਾਜੇ ਮਹਾਰਾਜੇ ਨੇ ਬੇਟਾ, ਇਹ ਬੇਸ਼ੁਮਾਰ ਜਿਹੜੀਆਂ ਕੀਮਤੀ ਅੰਗੂਠੀਆਂ ਜਾਂ ਗਹਿਣੇ ਜਾਂ ਜਿਹੜੇ ਮੁਕਟ, ਉਹ ਪਗੜੀਆਂ ਹੁੰਦੀਆਂ ਨੇ, ਬਹੁਤ ਬੇਸ਼ੁਮਾਰ ਕੀਮਤੀ ਹੁੰਦੀਆਂ ਨੇ। ਸੋ ਬੇਟਾ, ਇਸ ਤਰ੍ਹਾਂ ਰਾਜਾ ਨਾ ਜਦੋਂ ਪਿਆ ਰੈਸਟ ਕਰ ਰਿਹਾ ਤਾਂ ਉਹਦੀ ਉਂਗਲ ਦੇ ਵਿੱਚ ਇੱਕ ਖਾਨਦਾਨੀ ਅੰਗੂਠੀ ਪਾਈ ਹੋਈ ਸੀ। ਖਾਨਦਾਨੀ ਅੰਗੂਠੀ ਦਾ ਭਾਵ ਵੀ ਉਹਨਾਂ ਦੇ ਦਾਦੇ ਪੜਦਾਦਿਆਂ ਦੀ ਯਾਦਗਾਰੀ ਅੰਗੂਠੀ। ਸੋ ਬੇਟਾ, ਉਹ ਰਾਜੇ ਦੀ ਅੰਗੂਠੀ ਉੱਥੋਂ ਪਏ ਤੋਂ ਉਂਗਲ 'ਚੋਂ ਨਿਕਲ ਕੇ ਇੱਕ, ਜਿਵੇਂ ਅਸੀਂ ਕਹੀਏ ਪਹਾੜਾਂ ਦੀ ਖੱਡ ਜਾਂ ਖਤਾਨ ਜਾਂ ਇੱਕ ਐਸੀ ਪਹਾੜ ਦੀ ਚੋਟੀ ਦੀ ਦਰਾੜ ਦੇ ਵਿੱਚ ਡਿੱਗ ਜਾਂਦੀ ਹੈ ਜਿਹੜੀ ਬਹੁਤ ਭੀੜੀ ਹੁੰਦੀ ਹੈ। ਅਤੇ ਰਾਜੇ ਨੂੰ ਪਤਾ ਲੱਗ ਜਾਂਦਾ ਕਿ ਮੇਰੀ ਅੰਗੂਠੀ ਉਹ ਸਾਹਮਣੇ ਡਿੱਗ ਪਈ। ਅਤੇ ਰਾਜਾ ਫਟਾਫਟ ਆਪਣੇ ਸਿਪਾਹੀਆਂ ਨੂੰ ਬੁਲਾਉਂਦਾ, ਹੁਕਮ ਦਿੰਦਾ ਵੀ ਕਿ ਜਾਓ ਮੈਨੂੰ ਅੰਗੂਠੀ ਲਿਆ ਕੇ ਦਿਓ ਜਲਦੀ ਤੋਂ ਜਲਦੀ। ਸੋ ਬੇਟਾ, ਹੁਣ ਉਹ ਤਰੇੜ ਦੇ ਵਿੱਚ, ਉਸ ਦਰਾੜ ਦੇ ਵਿੱਚ, ਉਹ ਪਤਲੀ ਥਾਂ ਦੇ ਵਿੱਚ ਕੌਣ ਉਤਰੇ, ਕਿਉਂਕਿ ਸਿਪਾਹੀ ਸਾਰੇ ਤਾਕੜੇ ਅਤੇ ਮੋਟੇ ਨਾਟੇ ਸੀ। ਸੋ ਰਾਜੇ ਦਾ ਹੁਕਮ ਸੁਣ ਕੇ ਸਾਰੇ ਜਿਹੜੇ ਸਿਪਾਹੀ ਸੀ ਉਹ ਭੈਭੀਤ ਹੋ ਗਏ। ਅਤੇ ਰਾਜਾ ਵੀ ਦੇਖਦਾ ਵੀ ਇਸ ਪਤਲੀ ਜਗ੍ਹਾ ਦੇ ਵਿੱਚ ਕੌਣ ਉਤਰੂਗਾ। ਸੋ ਸਾਰੇ ਜਿਹੜੇ ਸਿਪਾਹੀ ਨੇ ਇੱਧਰ ਉੱਧਰ ਹਿੰਮਤ ਕਰਦੇ ਨੇ ਕਿ ਕੋਈ ਕਿਸੇ ਹਿਸਾਬ ਨਾਲ ਉਹਨੂੰ ਅੰਗੂਠੀ ਨੂੰ ਕੱਢ ਲਈਏ। ਬੇਟਾ, ਕਿਸੇ ਤੋਂ ਨਹੀਂ ਨਿਕਲਦੀ। ਅਤੇ ਫਿਰ ਕੁਝ ਸਿਪਾਹੀ ਇੱਕ ਯੋਗ ਵਿਅਕਤੀ, ਹੁਣ ਆਪਣਾ ਚੈਪਟਰ ਦਾ ਨਾਮ ਹੈ ਯੋਗਤਾ, ਇੱਕ ਪਤਲੇ ਆਦਮੀ ਨੂੰ ਲੱਭਣ ਲਈ ਤੁਰਦੇ ਨੇ। ਅਤੇ ਸਿਪਾਹੀ ਜਾ ਰਹੇ ਨੇ ਅਤੇ ਜੰਗਲ ਦੇ ਵਿੱਚ ਇੱਕ ਲੱਕੜੀਆਂ ਕੱਟਦਾ ਜਿਹੜਾ ਲੜਕਾ ਉਹਨਾਂ ਨੂੰ ਨਜ਼ਰ ਪੈਂਦਾ। ਅਤੇ ਉਹ ਜਾ ਕੇ ਦੱਸਦੇ ਨੇ ਕਿ ਐਂ ਕਰਕੇ ਰਾਜੇ ਦੀ ਜਿਹੜੀ ਅੰਗੂਠੀ ਆ ਉਹ ਉਸ ਦਰਾੜ ਦੇ ਵਿੱਚ ਡਿੱਗ ਪਈ ਆ ਅਤੇ ਉਹਨੂੰ ਤੂੰ ਪਤਲਾ ਹੋਣ ਕਰਕੇ ਕੱਢ ਸਕਦਾ। ਅਤੇ ਜਿਹੜਾ ਬੇਟਾ ਉਹ ਬੱਚਾ ਸੀਗਾ, ਨੌਜਵਾਨ ਸੀ, ਉਹ ਪੜ੍ਹਿਆ ਲਿਖਿਆ ਸੀ। ਉਹਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਮੈਂ ਤੁਹਾਡੇ ਨਾਲ ਨਹੀਂ ਜਾਣਾ, ਕਿਉਂਕਿ ਤੁਹਾਡਾ ਜਿਹੜਾ ਰਾਜਾ ਬੜਾ ਹੰਕਾਰੀ ਆ, ਉਹ ਸਾਡੇ ਵਰਗੇ ਪਤਲੇ ਬੰਦਿਆਂ ਦੀ ਕੋਈ ਕਦਰ ਨਹੀਂ ਕਰਦਾ। ਉਹ ਤਾਂ ਕਹਿੰਦਾ ਕਿ ਮੇਰੀ ਸੈਨਾ ਦੇ ਵਿੱਚ ਐਸੇ ਵਿਅਕਤੀਆਂ ਦੀ ਲੋੜ ਨਹੀਂ। ਉਹ ਕਹਿੰਦਾ ਦੇਖੋ, ਮੈਂ ਤੀਰ ਅੰਦਾਜ਼ ਹਾਂ, ਮੈਂ ਪੂਰੀ ਜਿੰਦ ਜਾਨ ਲਾ ਕੇ ਆਪਣੇ ਦੇਸ਼ ਦੇ ਹੱਕ ਦੇ ਵਿੱਚ ਖੜੂੰਗਾ। ਜੇ ਮੇਰੇ ਦੇਸ਼ 'ਤੇ ਕੋਈ ਵਿਪਤਾ ਪੈਂਦੀ ਹੈ, ਮੈਂ ਆਪਣੀ ਜਾਨ ਤੱਕ ਕੁਰਬਾਨ ਕਰ ਸਕਦਾ। ਮੈਂ ਫੁਰਤੀਲਾ ਵੀ ਹਾਂ। ਅਤੇ ਕਹਿੰਦਾ ਵੀ ਸਾਡੇ ਵਰਗੇ ਪਤਲੇ ਫੁਰਤੀਲੇ ਦੇਸ਼ ਤੋਂ ਜਾਨ ਮਾਰਨ ਵਾਲੇ ਲੋਕਾਂ ਦੀ ਤੁਹਾਡਾ ਜਿਹੜਾ ਰਾਜਾ ਉਹ ਕੋਈ ਕਦਰ ਨਹੀਂ ਕਰਦਾ। ਅਤੇ ਉਹ ਕਹਿੰਦੇ ਵੀ ਤੇਰੇ ਕੋਲ ਅੱਜ ਇੱਕ ਮੌਕਾ, ਜਿਹੜੇ ਤੇਰੇ ਮਨ ਦੇ ਇਹ ਵਿਚਾਰ ਨੇ, ਤੂੰ ਕਿਉਂ ਨਾ ਰਾਜੇ ਨੂੰ ਦੱਸ, ਅਤੇ ਨਾਲੇ ਰਾਜੇ ਨੂੰ ਵੀ ਪਤਾ ਲੱਗੂਗਾ ਕਿ ਅਸਲ ਦੇ ਵਿੱਚ ਯੋਗ ਵਿਅਕਤੀ ਕੌਣ ਹੁੰਦਾ। ਅਤੇ ਉਹ ਕਹਿੰਦਾ ਸਿਪਾਹੀਆਂ ਦੇ ਨਾਲ ਫਿਰ ਬੇਟਾ ਉਹ ਜਿਹੜਾ ਨੌਜਵਾਨ ਹੁੰਦਾ ਚਲਿਆ ਜਾਂਦਾ। ਅਤੇ ਰਾਜੇ ਨੇ ਉਹਨੂੰ ਕਿਹਾ ਕਿ ਐਂ ਕਰਕੇ ਮੇਰੀ ਜਿਹੜੀ ਅੰਗੂਠੀ ਆ ਖਾਨਦਾਨੀ, ਉਹ ਦਰਾੜ ਦੇ ਵਿੱਚ ਡਿੱਗ ਪਈ, ਤੂੰ ਉਹਨੂੰ ਕੱਢ ਕੇ ਲੈ ਕੇ ਆ। ਕਹਿੰਦਾ ਮਹਾਰਾਜ, ਮੇਰੀ ਇੱਕ ਸ਼ਰਤ ਆ, ਮੈਂ ਤੁਹਾਡੀ ਅੰਗੂਠੀ ਵਾਪਸ ਲਿਆ ਦੂੰਗਾ, ਪਰ ਮੇਰੀ ਸ਼ਰਤ ਇਹ ਆ ਵੀ ਜੇ ਮੈਂ ਤੁਹਾਨੂੰ ਅੰਗੂਠੀ ਲਿਆ ਕੇ ਵਾਪਸ ਦੇਤੀ ਤਾਂ ਤੁਸੀਂ ਆਪਣੀ ਫੌਜ ਦੇ ਵਿੱਚ ਪਤਲੇ ਵਿਅਕਤੀਆਂ ਨੂੰ ਵੀ ਭਰਤੀ ਕਰੋ। ਸਾਡੀ ਮੇਰੀ ਯੋਗਤਾ ਦੇਖਿਓ, ਤੁਸੀਂ ਯੋਗਤਾ ਦੇ ਆਧਾਰ 'ਤੇ ਤਾਂ ਭਰਤੀ ਓ ਨਹੀਂ ਕਰਦੇ ਕਿਸੇ ਨੂੰ। ਵੀ ਜੇ ਮੈਂ ਤੁਹਾਨੂੰ ਅੰਗੂਠੀ ਲਿਆਤੀ ਤਾਂ ਮੇਰੀ ਇੱਕ ਸ਼ਰਤ ਪੂਰੀ ਕਰਨੀ ਪਊਗੀ, ਤੁਸੀਂ ਹਰੇਕ ਗੁਣ ਦੇ ਆਧਾਰ 'ਤੇ ਆਪਣੀ ਫੌਜ ਦੇ ਵਿੱਚ ਬੰਦਿਆਂ ਨੂੰ ਭਰਤੀ ਕਰਨਾ। ਅਤੇ ਮਹਾਰਾਜ ਕਹਿੰਦਾ ਚੱਲ ਠੀਕ ਆ, ਵੀ ਤੇਰੀ ਸ਼ਰਤ ਮੰਨੀ, ਤੂੰ ਮੇਰੀ ਅੰਗੂਠੀ ਕੱਢ ਕੇ ਲੈ ਕੇ ਆ। ਸੋ ਬੇਟਾ, ਉਹ ਪਤਲਾ ਨੌਜਵਾਨ ਹੁੰਦਾ, ਆਪਣੇ ਲੱਕ 'ਤੇ ਰੱਸਾ ਬੰਨ੍ਹਦਾ ਅਤੇ ਤਾਕੜੇ ਸਿਪਾਹੀਆਂ ਨੂੰ ਕਹਿੰਦਾ ਵੀ ਤੁਸੀਂ ਰੱਸਾ ਫੜ ਕੇ ਰੱਖੋ, ਹੌਲੀ ਹੌਲੀ ਮੈਨੂੰ ਨੀਚੇ ਉਤਾਰ ਦਿਓ। ਅਤੇ ਬੇਟਾ, ਉਹ
ਝੱਟ ਦੇ ਨੇ ਜਿਹੜਾ ਉਹ ਪਤਲਾ ਨੌਜਵਾਨ ਹੁੰਦਾ ਉਹ ਖੱਡ ਦੇ ਵਿੱਚ ਉਤਰ ਜਾਂਦਾ ਅਤੇ ਅੰਗੂਠੀ ਲਿਆ ਕੇ ਹੱਥ ਵਿੱਚ ਫੜ ਲੈਂਦਾ ਆਪਣੀ ਅੰਗੂਠੀ, ਅਤੇ ਉਹਨਾਂ ਨੂੰ ਇਸ਼ਾਰਾ ਕਰਦਾ ਕਿ ਮੈਨੂੰ ਉੱਪਰ ਨੂੰ ਖਿੱਚ ਲਓ। ਅਤੇ ਬੇਟਾ ਰੱਸਾ ਫੜ ਕੇ ਉਹਨੂੰ ਉੱਪਰ ਖਿੱਚ ਲੈਂਦੇ ਨੇ, ਅਤੇ ਉਹ ਅੰਗੂਠੀ ਲਿਆ ਕੇ ਮਹਾਰਾਜ ਦੇ ਸਨਮੁਖ ਪੇਸ਼ ਕਰਦਾ, ਕਹਿੰਦਾ ਲਓ ਮਹਾਰਾਜ ਤੁਹਾਡੀ ਕੀਮਤੀ ਅੰਗੂਠੀ। ਅਤੇ ਉਹ ਕਹਿੰਦਾ ਵੀ ਸ਼ਾਬਾਸ਼ ਨੌਜਵਾਨ, ਮੈਨੂੰ ਮੇਰੇ ਰਾਜ ਦੇ ਇਸ ਨੌਜਵਾਨ 'ਤੇ ਬਹੁਤ ਮਾਣ ਆ। ਕਹਿੰਦਾ ਬੇਟਾ ਤੈਂ ਮੈਨੂੰ ਇਹ ਮੇਰੀ ਅੰਗੂਠੀ ਹੀ ਵਾਪਸ ਨਹੀਂ ਕੀਤੀ, ਤਾਂ ਮੈਨੂੰ ਇੱਕ ਬਹੁਤ ਵੱਡੀ ਸਿੱਖਿਆ ਵੀ ਦਿੱਤੀ ਆ ਕਿ ਜਿਹੜੇ ਤਾਕੜੇ ਮੋਟੇ ਬੰਦੇ ਇਹੀ ਹੀ ਯੋਗ ਨਹੀਂ ਹੁੰਦੇ। ਕੁਝ ਯੋਗਤਾ ਵਿਅਕਤੀਆਂ ਦੀ ਚੁਸਤੀ ਫੁਰਤੀ ਉਹਨਾਂ ਦੇ ਸਰੀਰ ਵਿੱਚ ਉਹਨਾਂ ਦੇ ਵਿੱਚ ਵਿਸ਼ੇਸ਼ ਗੁਣਾਂ ਕਰਕੇ ਵੀ ਹੁੰਦੀ ਆ। ਸੋ ਕਹਿੰਦਾ ਵੀ ਮੈਂ ਅੱਜ ਤੋਂ ਬਾਅਦ ਮੇਰੀ ਸੈਨਾ ਦੇ ਵਿੱਚ ਜਿਹੜੀ ਭਰਤੀ ਆ ਉਹ ਯੋਗਤਾ ਦੇ ਆਧਾਰ 'ਤੇ ਕਰਾਂਗਾ। ਕਿਵੇਂ ਵੀ ਜੇਕਰ ਕਿਤੇ ਪਤਲੇ ਸੈਨਿਕਾਂ ਦੀ ਲੋੜ ਪੈਂਦੀ ਹੈ, ਚੁਸਤੀ ਫੁਰਤੀ ਵਾਲੇ ਸੈਨਿਕਾਂ ਦੀ ਲੋੜ ਪੈਂਦੀ ਹੈ, ਤਾਂ ਮੈਂ ਉੱਥੇ ਉਹਨਾਂ ਨੂੰ ਵਰਤੂੰਗਾ, ਅਤੇ ਜਿੱਥੇ ਮੋਟੇ ਨਾਟੇ ਡਾਢਿਆਂ ਦੀ ਲੋੜ ਪੈਂਦੀ ਹੈ ਤਾਂ ਮੈਂ ਉੱਥੇ ਉਹਨਾਂ ਨੂੰ ਵਰਤੋਂ ਕਰੂੰਗਾ। ਸੋ ਬੇਟਾ ਜਿਹੜਾ ਇਹ ਨੌਜਵਾਨ ਹੁੰਦਾ ਇਹ ਰਾਜੇ ਨੂੰ ਇਹ ਸ਼ਰਤ ਰੱਖ ਕੇ ਅਤੇ ਉਹ ਅੰਗੂਠੀ ਨੂੰ ਲਿਆ ਕੇ ਦੇ ਕੇ ਇਹ ਚੀਜ਼ ਦਾ ਗਿਆਨ ਕਰਵਾਉਂਦਾ ਕਿ ਜੇ ਮਹਾਰਾਜ ਤੁਸੀਂ ਮੋਟੇ ਬੰਦਿਆਂ ਨੂੰ ਹੀ ਤਵੱਜੋ ਦਿੰਦੇ ਹੋ, ਪਰ ਜਿਹੜੀ ਯੋਗਤਾ ਹਰੇਕ ਵਿਅਕਤੀ 'ਚ ਅਲੱਗ-ਅਲੱਗ ਆ, ਵੀ ਤੁਸੀਂ ਆਪਣੀ ਫੌਜ ਦੇ ਵਿੱਚ ਅੱਜ ਤੋਂ ਬਾਅਦ ਫਿਰ ਰਾਜਾ ਉਹਨੂੰ ਬੇਟਾ ਇਹ ਡਨ ਕਰਦਾ, ਉਹਦੇ ਨਾਲ ਪ੍ਰੋਮਿਸ ਕਰਦਾ, ਵਾਅਦਾ ਕਰਦਾ ਕਿ ਅੱਜ ਤੋਂ ਬਾਅਦ ਮੇਰੀ ਫੌਜ ਦੇ ਵਿੱਚ ਜਿਹੜੀ ਭਰਤੀ ਆ ਉਹ ਯੋਗਤਾ ਦੇ ਆਧਾਰ 'ਤੇ ਹੋਊਗੀ। ਸੋ ਬੇਟਾ ਜਿਹੜਾ ਰਾਜਾ ਵੀ ਬਹੁਤ ਖੁਸ਼ ਹੁੰਦਾ ਅਤੇ ਉਹ ਪਤਲਾ ਡਾਢਾ ਨੌਜਵਾਨ ਵੀ ਬਹੁਤ ਖੁਸ਼ ਹੁੰਦਾ। ਸੋ ਇਸ ਤਰ੍ਹਾਂ ਬੇਟਾ ਇਹ ਜਿਹੜੀ ਕਹਾਣੀ ਹੈ ਇੱਥੇ ਸਮਾਪਤ ਹੋ ਜਾਂਦੀ ਹੈ, ਅਤੇ ਰਾਜੇ ਨੂੰ ਗਿਆਨ ਹੁੰਦਾ ਅਤੇ ਸਾਰੇ ਲੋਕਾਂ ਨੂੰ ਜਿਹੜੇ ਉੱਥੇ ਮੋਟੇ ਨਾਟੇ ਖੜ੍ਹੇ ਸੀ ਉਹਨਾਂ ਨੂੰ ਵੀ ਇਹ ਚੀਜ਼ ਦਾ ਗਿਆਨ ਹੁੰਦਾ ਵੀ ਅਸੀਂ ਐਡੇ ਤਾਕੜੇ ਤਾਂ ਹੈਗੇ ਹਾਂ, ਪਰ ਅੰਗੂਠੀ ਨਹੀਂ ਸੀ ਕੱਢ ਕੇ ਲਿਆ ਸਕੇ, ਸਾਡੇ ਤਾਕੜੇ ਸਰੀਰ ਨੂੰ ਕੀ ਕਰਾਂਗੇ, ਅਸੀਂ ਉਹ ਤਰੇੜ ਦੇ ਵਿੱਚ ਜਾ ਹੀ ਨਹੀਂ ਸਕੇ। ਸੋ ਪਤਲਾ ਨੌਜਵਾਨ ਫਿਰ ਇੱਥੇ ਸਾਰਿਆਂ ਦੀਆਂ ਅੱਖਾਂ ਖੋਲ੍ਹਦਾ ਕਿ ਹਰੇਕ ਬੰਦੇ ਦੇ ਵਿੱਚ ਅਲੱਗ ਗੁਣ ਨੇ, ਸਾਨੂੰ ਉਹਨਾਂ ਦੇ ਗੁਣ ਨਾਲ ਜਿਹੜੀ ਉਹਨਾਂ ਦੀ ਯੋਗਤਾ ਦੇ ਨਾਲ ਉਹਨਾਂ ਦੇ ਗੁਣਾਂ ਦੇ ਨਾਲ ਉਹਦੀ ਤਾਰੀਫ ਕਰਨੀ ਚਾਹੀਦੀ ਹੈ, ਨਾ ਕਿ ਕਿਸੇ ਨੂੰ ਪਤਲਾ ਕਹਿ ਕੇ ਦੁਰਕਾਰਨਾ ਚਾਹੀਦਾ, ਮੋਟੇ ਕਹਿ ਕੇ ਉਹਨਾਂ ਨੂੰ ਵਡਿਆਉਣਾ ਵੀ ਨਹੀਂ ਚਾਹੀਦਾ ਕਿ ਇਹ ਤਾਂ ਬਹੁਤ ਤਕੜੇ ਨੇ। ਸੋ ਜੋ ਯੋਗਤਾ ਕੰਮ ਕਰ ਸਕਦੀ ਆ ਉਹ ਬੇਟਾ ਸਰੀਰ ਨਹੀਂ ਕੰਮ ਕਰ ਸਕਦੇ। ਸੋ ਯੋਗਤਾ ਹੁੰਦੀ ਆ ਹਰੇਕ ਬੰਦੇ 'ਚ ਅਲੱਗ-ਅਲੱਗ। ਸੋ ਆਓ ਬੇਟਾ ਇਸ ਚੈਪਟਰ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ, ਕੀ ਪ੍ਰਮਾਤਮਾ ਨੇ ਸਭ ਜੀਵਾਂ ਨੂੰ ਸਮਾਨ ਬਣਾਇਆ ਹੈ? ਉੱਤਰ, ਪ੍ਰਮਾਤਮਾ ਨੇ ਸਭ ਜੀਵਾਂ ਨੂੰ ਪੈਦਾ ਕੀਤਾ ਹੈ, ਨਾਲ ਹੀ ਸਭ ਵਿੱਚੋਂ ਵੱਖੋ ਵੱਖਰੇ ਗੁਣ ਵੀ ਪੈਦਾ ਕੀਤੇ ਹਨ। ਸੋ ਜਿਹੜਾ ਪ੍ਰਮਾਤਮਾ ਬੇਟਾ, ਜੇ ਅਸੀਂ ਪੁੱਛੇ ਵੀ ਸਭ ਨੂੰ ਇੱਕੋ ਸਮਾਨ ਬਣਾਇਆ ਤਾਂ ਬੇਟਾ ਪੈਦਾ ਤਾਂ ਸਭ ਨੂੰ ਇੱਕ ਸਮਾਨ ਕੀਤਾ, ਪਰ ਜਿਹੜੇ ਗੁਣ ਨੇ ਪ੍ਰਮਾਤਮਾ ਨੇ ਹਰੇਕ ਇਨਸਾਨ 'ਚ ਅਲੱਗ-ਅਲੱਗ ਭਰੇ ਨੇ। ਪ੍ਰਸ਼ਨ ਨੰਬਰ 2, ਸਭ ਵਿਅਕਤੀਆਂ ਵਿੱਚ ਕਿਹੋ ਜਿਹੇ ਗੁਣ ਹੁੰਦੇ ਹਨ? ਉੱਤਰ ਹੈ, ਸਭ ਵਿਅਕਤੀਆਂ ਵਿੱਚ ਵੱਖੋ ਵੱਖਰੇ ਗੁਣ ਹੁੰਦੇ ਹਨ। ਜੇ ਅਸੀਂ ਹੁਣ ਇੱਥੇ ਬੇਟਾ ਇਹ ਚੀਜ਼ ਨੂੰ ਸਮਝਣਾ ਹੋਵੇ ਕਿ ਸਾਰੇ ਵਿਅਕਤੀਆਂ 'ਚ ਇੱਕੋ ਜਿਹੇ ਗੁਣ ਹੁੰਦੇ ਨੇ, ਨਹੀਂ, ਸਭ ਵਿਅਕਤੀਆਂ ਵਿੱਚ ਵੱਖੋ ਵੱਖਰੇ ਗੁਣ ਹੁੰਦੇ ਹਨ। ਕੋਈ ਪੜ੍ਹਾਈ ਦੇ ਵਿੱਚ ਤੇਜ਼ ਆ, ਕੋਈ ਖੇਡਾਂ ਦੇ ਵਿੱਚ ਤੇਜ਼ ਆ, ਕੋਈ ਕੰਮ ਦੇ ਵਿੱਚ ਤੇਜ਼ ਆ, ਕੋਈ ਮਤਲਬ ਚੁਸਤੀ ਫੁਰਤੀ ਕਿਸੇ ਖੇਡ ਦੇ ਵਿੱਚ ਤੇਜ਼ ਆ। ਸੋ ਬੇਟਾ ਹਰੇਕ ਇਨਸਾਨ ਦੇ ਵਿੱਚ ਵੱਖੋ ਵੱਖਰੇ ਗੁਣ ਨੇ ਜਿਹੜੇ ਉਹ ਕੁਦਰਤ ਨੇ ਪੈਦਾ ਕੀਤੇ ਹਨ। ਪ੍ਰਸ਼ਨ ਨੰਬਰ 3, ਕੀ ਸਾਰੇ ਕੰਮ ਸਿਰਫ ਸਰੀਰਕ ਤਾਕਤ ਨਾਲ ਹੀ ਕੀਤੇ ਜਾ ਸਕਦੇ ਹਨ? ਵੀ ਸਾਰੇ ਕੰਮ ਹੀ ਸਰੀਰਕ ਤਾਕਤ ਨਾਲ ਹੁੰਦੇ ਨੇ? ਫਿਰ ਉਹ ਮੋਟੇ ਸਿਪਾਹੀ ਸੀ ਬੇਟਾ ਸਰੀਰਕ ਤਾਕਤ ਨਾਲ ਉੱਥੋਂ ਅੰਗੂਠੀ ਨੂੰ ਕੱਢ ਲਿਆਉਂਦੇ? ਨਹੀਂ। ਉੱਤਰ, ਨਹੀਂ, ਕੁਝ ਕੰਮ ਸਰੀਰਕ ਤਾਕਤ ਅਤੇ ਮਾਨਸਿਕ ਤਾਕਤ ਨਾਲ ਵੀ ਕੀਤੇ ਜਾਂਦੇ ਨੇ। ਕਈਆਂ ਕੰਮਾਂ ਲਈ ਬੇਟਾ ਸਰੀਰ ਦੀ ਵੀ ਲੋੜ ਪੈਂਦੀ ਹੈ ਅਤੇ ਦਿਮਾਗ ਦੀ ਵੀ ਲੋੜ ਪੈਂਦੀ ਆ। ਸੁਣੋ, ਜਿਹੜਾ ਫਰਤੀਲਾ ਨੌਜਵਾਨ ਸੀ ਉਹ ਝੱਟ ਉਹ ਬੇਟਾ ਦਰਾੜ ਦੇ ਵਿੱਚ ਉਤਰ ਗਿਆ, ਦਿਮਾਗ ਤੋਂ ਕੰਮ ਲਿਆ, ਉਹਨੇ ਰੱਸਾ ਲੱਕ 'ਤੇ ਬੰਨ੍ਹਿਆ ਅਤੇ ਉਹਨੂੰ ਕਿਹਾ ਖਿੱਚੋ, 1 ਮਿੰਟ ਦੇ ਵਿੱਚ ਉਹ ਨੀਚੇ ਗਿਆ, 1 ਮਿੰਟ 'ਚ ਬਾਹਰ ਆ ਗਿਆ। ਉਹਨੇ ਸਰੀਰ ਦਾ ਵੀ ਕੰਮ ਲਿਆ ਅਤੇ ਦਿਮਾਗ ਦਾ ਵੀ ਲਿਆ। ਪ੍ਰਸ਼ਨ ਨੰਬਰ 4, ਹਰ ਵਿਅਕਤੀ ਦੀ ਪਰਖ ਕਿਸ ਆਧਾਰ 'ਤੇ ਹੋਣੀ ਚਾਹੀਦੀ ਹੈ? ਉੱਤਰ ਹੈ, ਹਰ ਵਿਅਕਤੀ ਦੀ ਪਰਖ ਉਸ ਦੀ ਯੋਗਤਾ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ। ਇਹ ਸੀ ਬੇਟਾ ਤੁਹਾਡੇ ਉੱਪਰਲੇ ਮੌਖਿਕ ਪ੍ਰਸ਼ਨ ਉੱਤਰ। ਅਤੇ ਆਓ ਅਸੀਂ ਹੁਣ 3 ਨੰਬਰ ਪਾਠ ਪੁਸਤਕ ਦੇ ਆਧਾਰ 'ਤੇ ਜਿਹੜੇ ਮੁੱਖ ਪ੍ਰਸ਼ਨ ਉੱਤਰ ਨੇ ਉਹਨਾਂ ਨੂੰ ਪੜ੍ਹਦੇ ਹਾਂ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਆਪਣੇ ਸ਼ਬਦਾਂ ਵਿੱਚ ਲਿਖੋ। ਪਹਿਲਾ ਪ੍ਰਸ਼ਨ, ਰਾਜੇ ਦੀ ਸੋਚ ਕਿਹੋ ਜਿਹੀ ਸੀ? ਉੱਤਰ ਹੈ, ਰਾਜਾ ਹੰਕਾਰੀ ਸੋਚ ਵਾਲਾ ਵਿਅਕਤੀ ਸੀ। ਉਹ ਸਰੀਰਕ ਸ਼ਕਤੀ ਨੂੰ ਹੀ ਸਭ ਤੋਂ ਵੱਡੀ ਤਾਕਤ ਸਮਝਦਾ ਸੀ। ਹੁਣ ਜਿਹੜਾ ਰਾਜਾ ਸੀ ਬੇਟਾ ਇਹੋ ਜਿਹੀ ਉਹਦੀ ਸੋਚ ਸੀ। ਰਾਜਾ ਹੰਕਾਰੀ ਸੋਚ ਵਾਲਾ ਵਿਅਕਤੀ ਸੀ। ਉਹ ਸਰੀਰਕ ਸ਼ਕਤੀ ਨੂੰ ਹੀ ਸਭ ਤੋਂ ਵੱਡੀ ਤਾਕਤ ਸਮਝਦਾ ਸੀ। ਇਹ ਬੇਟਾ ਰਾਜੇ ਦੀ ਜੇ ਅਸੀਂ ਕਹਿਣਾ ਹੋਵੇ ਆਇਡੈਂਟੀਟੀ ਆ, ਉਹਦੇ ਗੁਣ ਨੇ, ਉਹਦੀ ਖਾਸੀਅਤ ਆ ਵੀ ਕਿਹੋ ਜਿਹਾ ਸੀ ਰਾਜਾ। ਉਹ ਬੇਟਾ ਹੰਕਾਰੀ ਸੀ ਅਤੇ
ਸਰੀਰ ਦੇ ਵਿੱਚ ਜਿਹੜੇ ਬੰਦੇ ਮੋਟੇ ਨਾਡੇ ਤਾਕੜੇ ਹੁੰਦੇ ਸੀ ਉਹ ਉਹਨਾਂ ਨੂੰ ਹੀ ਸਭ ਤੋਂ ਯੋਗ ਸਮਝਦਾ ਸੀ। ਪ੍ਰਸ਼ਨ ਨੰਬਰ 2, ਰਾਜੇ ਦੀ ਖਾਨਦਾਨੀ ਅੰਗੂਠੀ ਕਿੱਥੇ ਡਿੱਗ ਗਈ ਸੀ ਤੇ ਇਸ ਨੂੰ ਕੱਢਣ ਲਈ ਕਿਸ ਦੀ ਲੋੜ ਸੀ? ਉੱਤਰ ਹੈ ਰਾਜੇ ਦੀ ਅੰਗੂਠੀ ਦੋ ਚਟਾਨਾਂ ਦੇ ਵਿਚਕਾਰ ਇੱਕ ਪਤਲੀ ਜਿਹੀ ਥਾਂ ਤੇ ਡਿੱਗ ਗਈ ਸੀ। ਰਾਜੇ ਦੀ ਅੰਗੂਠੀ ਦੋ ਚਟਾਨਾਂ ਦੇ ਵਿਚਕਾਰ, ਵੀ ਇੱਕ ਪਹਾੜ ਇੱਧਰ ਹੋਵੇ ਇੱਕ ਇੱਧਰ, ਵਿਚਕਾਰ ਉਹਦੀ ਛੋਟੀ ਜਿਹੀ ਬਿਲਡ ਹੋਵੇ। ਰਾਜੇ ਦੀ ਅੰਗੂਠੀ ਦੋ ਚਟਾਨਾਂ ਦੇ ਵਿਚਕਾਰ ਇੱਕ ਪਤਲੀ ਜਿਹੀ ਥਾਂ ਤੇ ਡਿੱਗ ਗਈ ਸੀ। ਇਸ ਨੂੰ ਕੱਢਣ ਲਈ ਯੋਗ ਪਤਲੇ ਨੌਜਵਾਨ ਦੀ ਲੋੜ ਸੀ। ਇਹ ਅੰਗੂਠੀ ਨੂੰ ਕੱਢ ਕੇ ਲੈ ਕੇ ਆਉਣ ਲਈ ਬੇਟਾ ਇੱਕ ਪਤਲੇ ਯੋਗ ਨੌਜਵਾਨ ਦੀ ਲੋੜ ਸੀ, ਜਿਹੜਾ ਫੁਰਤੀ ਦੇ ਨਾਲ ਨੀਚੇ ਉਤਰ ਕੇ ਇਸ ਅੰਗੂਠੀ ਨੂੰ ਕੱਢ ਕੇ ਲੈ ਆ ਸਕੇ। ਅੱਗੇ ਹੈਗਾ ਪ੍ਰਸ਼ਨ ਨੰਬਰ 3, ਨੌਜਵਾਨ ਨੇ ਰਾਜੇ ਦੀ ਅੰਗੂਠੀ ਕਿਵੇਂ ਵਾਪਸ ਲਿਆਂਦੀ? ਉੱਤਰ ਹੈ ਨੌਜਵਾਨ ਆਪਣੇ ਲੱਕ ਦੁਆਲੇ ਰੱਸੀ ਬੰਨ੍ਹ ਕੇ ਚਟਾਨਾਂ ਵਿਚਕਾਰ ਉਤਰ ਗਿਆ। ਝੱਟ ਹੀ ਉਹ ਮੁੰਦਰੀ ਲੈ ਕੇ ਸਿਪਾਹੀਆਂ ਦੀ ਮਦਦ ਨਾਲ ਬਾਹਰ ਆ ਗਿਆ। ਹੁਣ ਰੱਸਾ ਬੇਟਾ ਉਹਨੇ ਲੱਕ 'ਤੇ ਬੰਨ੍ਹਿਆ ਅਤੇ ਹੌਲੀ ਹੌਲੀ ਕਰਕੇ ਉਹ ਪਰਬਤ ਤੋਂ ਨੀਚੇ ਜਿਹੜੀ ਉਹ ਦਰਾੜ ਸੀ ਬੇਟਾ ਉਹਦੇ ਵਿੱਚ ਚਲਿਆ ਗਿਆ। ਅਤੇ ਉਹਨੇ ਜਦੋਂ ਮੁੰਦਰੀ ਚੱਕੀ ਅਤੇ ਸਿਪਾਹੀਆਂ ਨੂੰ ਕਿਹਾ, ਇਸ਼ਾਰਾ ਕੀਤਾ ਕਿ ਖਿੱਚ ਲਓ, ਤਾਕੜੇ ਸਿਪਾਹੀਆਂ ਨੇ ਫਟਾਫਟ ਉਹਨੂੰ ਉੱਪਰ ਖਿੱਚ ਲਿਆ। ਇਸ ਤਰ੍ਹਾਂ ਜਿਹੜੀ ਉਹਨੇ ਉਹ ਮੁੰਦਰੀ ਸੀਗੀ ਰਾਜੇ ਦੀ, ਉਹ ਪਹਾੜਾਂ ਦੇ ਜਾਂ ਦੋ ਚਟਾਨਾਂ ਦੇ ਵਿਚਕਾਰੋਂ ਕੱਢ ਕੇ ਲਿਆ ਕੇ ਰਾਜੇ ਦੇ ਸਾਹਮਣੇ ਪੇਸ਼ ਕਰ ਦਿੱਤੀ। ਅੰਤ ਵਿੱਚ ਰਾਜੇ ਨੇ ਕੀ ਕਿਹਾ? ਜਦੋਂ ਬੇਟਾ ਉਹਨੇ ਸ਼ਰਤ ਰੱਖੀ ਸੀ ਉਹ ਮੁੰਦਰੀ ਲਿਆ ਕੇ ਦਿੱਤੀ ਤਾਂ ਰਾਜੇ ਨੇ ਕੀ ਕਿਹਾ? ਅੰਤ ਵਿੱਚ ਰਾਜੇ ਨੇ ਕਿਹਾ, ਅੰਤ ਵਿੱਚ ਰਾਜੇ ਨੇ ਨੌਜਵਾਨ 'ਤੇ ਬਹੁਤ ਮਾਣ ਕੀਤਾ। ਉਹਨੇ ਉਹ ਰਾਜੇ ਨੂੰ ਲੱਗਿਆ ਵਾਹ ਬਈ ਵਾਹ, ਬਹੁਤ ਖੁਸ਼ ਹੋਇਆ। ਅੰਤ ਵਿੱਚ ਰਾਜੇ ਨੇ ਨੌਜਵਾਨ 'ਤੇ ਬਹੁਤ ਮਾਣ ਕੀਤਾ ਅਤੇ ਕਿਹਾ ਕਿ ਅੱਜ ਤੋਂ ਮੈਂ ਆਪਣੀ ਸੈਨਾ ਵਿੱਚ ਭਰਤੀ ਯੋਗਤਾ ਦੇ ਆਧਾਰ 'ਤੇ ਕਰਾਂਗਾ। ਸੋ ਬੇਟਾ ਇਹ ਜਿਹੜਾ ਰਾਜੇ ਦਾ ਅੰਤਮ ਹੁਕਮ ਸੀਗਾ, ਉਸ ਬੱਚੇ ਨੂੰ, ਉਸ ਨੌਜਵਾਨ ਨੂੰ ਇਨਾਮ ਦੇ ਤੌਰ 'ਤੇ ਰਾਜੇ ਨੇ ਇਹ ਸ਼ਬਦ ਕਹੇ ਕਿ ਅੱਜ ਤੋਂ ਬਾਅਦ ਮੈਂ ਆਪਣੀ ਫੌਜ ਦੇ ਵਿੱਚ ਜਿਹੜੀ ਭਰਤੀ ਕਰਾਂਗਾ ਉਹ ਯੋਗਤਾ ਦੇ ਆਧਾਰ 'ਤੇ ਕਰਾਂਗਾ। ਸੋ ਬੇਟਾ ਅਗਲਾ 5 ਨੰਬਰ ਪ੍ਰਸ਼ਨ ਹੈ ਠੀਕ ਗਲਤ। ਸੋ ਮੈਂ ਸੈਂਟੈਂਸ ਤੁਹਾਡੇ ਨਾਲ ਸਾਂਝਾ ਕਰਦਾ ਅਤੇ ਪਹਿਲੇ ਦਾ ਉੱਤਰ ਦੇਖਿਓ ਕੀ ਬਣਦਾ। ਰਾਜਾ ਬਹੁਤ ਨਿਮਰ ਸੁਭਾਅ ਦਾ ਸੀ। ਨਿਮਰ ਦਾ ਹੁੰਦਾ ਵੀ ਨਿਮਰਤਾ ਵਾਲਾ। ਕੀ ਇਹ ਸਹੀ ਹੈ ਪਾਠ ਦੇ ਆਧਾਰ 'ਤੇ? ਇਹਦਾ ਉੱਤਰ ਹੈ ਗਲਤ। ਰਾਜਾ ਛੋਟੇ ਕੱਦ ਅਤੇ ਪਤਲੇ ਸਰੀਰ ਵਾਲਿਆਂ ਨੂੰ ਕਮਜ਼ੋਰ ਸਮਝਦਾ ਸੀ, ਜਿਵੇਂ ਕਿ ਆਪਾਂ ਉੱਪਰ ਕਹਾਣੀ 'ਚ ਪੜ੍ਹਿਆ। ਹਾਂ, ਇਹਦਾ ਉੱਤਰ ਹੈ ਸਹੀ, ਵੀ ਇਹ ਬਾਕੀ ਐਵੇਂ ਸਮਝਿਆ ਕਰਦਾ ਸੀ ਰਾਜਾ, ਪਤਲੇ ਛੋਟੇ ਬੰਦਿਆਂ ਨੂੰ ਕਹਿੰਦਾ ਸੀ ਕਿ ਇਹ ਕਮਜ਼ੋਰ ਨੇ। ਪ੍ਰਸ਼ਨ ਨੰਬਰ, ਜੇ ਅਸੀਂ ਇਹਨੂੰ ਪ੍ਰਸ਼ਨ ਨਾ ਕਹਿ ਕੇ ਚਲੋ ਈਡੀ ਦਾ ਉੱਤਰ ਦੇਖੀਏ ਠੀਕ ਗਲਤ। ਰਾਜੇ ਦੇ ਸਾਰੇ ਸਿਪਾਹੀ ਲੰਮੇ ਚੌੜੇ ਅਤੇ ਰਿਸ਼ਟ ਪੁਸ਼ਟ ਸਨ। ਬਿਲਕੁਲ ਸਹੀ, ਕਿਉਂਕਿ ਉਹ ਇਹੋ ਜਿਹੇ ਬੰਦੇ ਦੀ ਭਰਤੀ ਕਰਦਾ ਸੀ ਰਾਜਾ। ਸੱਸਾ, ਨੌਜਵਾਨ ਸਿਪਾਹੀਆਂ ਦੇ ਨਾਲ ਗਿਆ। ਨੌਜਵਾਨ ਸਿਪਾਹੀਆਂ ਦੇ ਨਾਲ ਨਾ ਗਿਆ। ਜਿਹੜਾ ਉਹ ਨੌਜਵਾਨ ਮੁੰਡਾ ਸੀ, ਇੱਥੇ ਸੈਂਟੈਂਸ ਦੇ ਵਿੱਚ ਇਹ ਉਚਾਰਨ ਕੀਤਾ ਕਿ ਉਹ ਉਹਨਾਂ ਦੇ ਨਾਲ ਨਹੀਂ ਗਿਆ। ਗਲਤ ਹੈ, ਕਿਉਂਕਿ ਉਹ ਤਾਂ ਉਹਨਾਂ ਦੇ ਨਾਲ ਆ ਗਿਆ ਸੀ ਬੇਟਾ, ਗਿਆ। ਇਹ ਗਲਤ ਕਹਾਂਗੇ। ਲਾਸਟ ਹੈ ਹਰ ਵਿਅਕਤੀ ਦੀ ਆਪਣੀ ਮਹੱਤਤਾ ਹੁੰਦੀ ਹੈ। ਬਿਲਕੁਲ ਸਹੀ, ਕਿਉਂਕਿ ਪਾਠ ਦੇ ਵਿੱਚ ਅਸੀਂ ਦੇਖਿਆ ਕਿ ਹਰੇਕ ਬੰਦੇ 'ਚ ਅਲੱਗ-ਅਲੱਗ ਜਿਹੜੇ ਗੁਣ ਹੁੰਦੇ ਹਨ। ਸੋ ਇਹ ਸੀਗਾ ਬੇਟਾ ਠੀਕ ਗਲਤ। ਅਤੇ ਉੱਪਰ ਤੁਹਾਡੇ ਜਿਹੜੇ ਮੇਨ ਇਸ ਚੈਪਟਰ ਦੇ ਪ੍ਰਸ਼ਨ ਉੱਤਰ ਨੇ ਉਹਨਾਂ ਨੂੰ ਤੁਸੀਂ ਵੇਖ ਸਕਦੇ ਹੋ। ਅਤੇ ਉੱਪਰ ਬੇਟਾ ਔਰਲ ਜਿਹੜੇ ਜਵਾਨੀ ਤੁਹਾਡੇ ਤੋਂ ਪੁੱਛੇ ਜਾਣ ਵਾਲੇ ਪ੍ਰਸ਼ਨ ਉੱਤਰ ਹੁੰਦੇ ਨੇ ਉਹ ਹਨ। ਸੋ ਬੇਟਾ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਹੋਰ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਜੁੜੇ ਰਹੋ ਪੰਜਾਬੀ ਐਜੂਕੇਸ਼ਨ ਚੈਨਲ ਦੇ ਨਾਲ। ਥੈਂਕ ਯੂ ਜੀ।